ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 19 ਫਰਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਹੈ ਉਸਮਾਨ ਬੁਜ਼ਦਾਰ ਸਾਹਿਬ ਦੇ ਬਾਰੇ। ਮੁਹੰਮਦ ਮਾਲਿਕ ਸਾਹਿਬ ਨੇ ਖਬਰ ਦਿੱਤੀ ਹੈ ਕਿ ਉਸਮਾਨ ਬੁਜ਼ਦਾਰ ਨੂੰ ਹੁਣ ਸੁਲਤਾਨੀ ਗਵਾਹ ਬਣਾਉਣਾ ਹੈ। ਵੈਸੇ ਸੁਲਤਾਨੀ ਕਿਸਮ ਦੀ ਸ਼ਖਸੀਅਤ ਤੇ ਉਸਮਾਨ ਬੁਜ਼ਦਾਰ ਸਾਹਿਬ ਦੀ ਹੈ ਹੀ ਪਹਿਲਾਂ ਹੀ, ਲੇਕਿਨ ਬਹਰਹਾਲ ਉਹਨਾਂ ਨੇ ਆਖਿਆ ਵੀ ਹੁਣ ਜਿਹੜੇ ਸਾਡੇ ਮਿਲਟਰੀ ਦੇ ਟੌਪ ਸੋਰਸਿਸ ਨੇ ਉਹਨਾਂ ਨੇ ਤਾਂ ਇਸਟੈਬਲਿਸ਼ਮੈਂਟ ਦਾ ਲਫ਼ਜ਼ ਇਸਤੇਮਾਲ ਕੀਤਾ, ਲੇਕਿਨ ਜ਼ਾਹਿਰ ਹੈ ਪਾਕਿਸਤਾਨ 'ਚ ਕਿਹੜੀ ਇਸਟੈਬਲਿਸ਼ਮੈਂਟ, ਸਾਰਾ ਕੁਝ ਉੱਥੇ ਇੱਕੋ ਹੀ ਬੰਦਾ ਕਰਨ ਡਿਆ ਹੈ ਔਰ ਉਹਨਾਂ ਦਾ ਨਾਂ ਜਨਰਲ ਆਸਿਮ ਮੁਨੀਰ ਹੈ। ਇਹ ਸਿਰਫ ਮੈਂ ਹੀ ਨਹੀਂ ਆਖਦਾ, ਇਹ ਇਮਰਾਨ ਖਾਨ ਸਾਹਿਬ ਨੇ ਵੀ ਕੱਲ੍ਹ ਜੇਲ੍ਹ 'ਚੋਂ ਆਖਿਆ ਹੈ ਤੇ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਹਮਸ਼ੀਰਾ ਅਲੀਮਾ ਖਾਨਮ ਸਾਹਿਬਾ ਨੇ ਬਾਹਰੋਂ ਬਿਆਨ ਦਿੱਤਾ ਹੈ ਕਿ ਜੋ ਕੁਝ ਵੀ ਕਰਦਾ ਹੈ ਉਹ ਆਸਿਮ ਮੁਨੀਰ ਸਾਹਿਬ ਕਰਦੇ ਨੇ। ਤੇ ਹੁਣ ਮੁਹੰਮਦ ਮਾਲਿਕ ਸਾਹਿਬ ਦੀ ਇਹ ਖਬਰ ਹੈ ਕਿ ਉਸਮਾਨ ਬੁਜ਼ਦਾਰ ਨੂੰ ਸੁਲਤਾਨੀ ਗਵਾਹ ਬਣਾਉਣਾ। ਅੱਛਾ, ਵੈਸੇ ਕਾਫੀ ਦੇਰ ਨਾਲ ਜਨਾਬ ਨੂੰ ਇਹ ਖਿਆਲ ਨਹੀਂ ਆਇਆ ਆਸਿਮ ਮੁਨੀਰ ਸਾਹਿਬ ਨੂੰ। ਉਹਦੀ ਵਜ੍ਹਾ ਇਹ ਹੈ ਕਿ ਸਾਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਮਤਲਬ ਕਿ ਕਮ ਅਜ਼ ਕਮ 3 ਸਾਲਾਂ ਤੋਂ ਤੇ ਇੱਕੋ ਹੀ ਬਿਆਨੀਆਂ ਹੈ ਜਾਂ 4 ਸਾਲਾਂ ਤੋਂ, ਔਰ ਉਹ ਬਿਆਨੀਆਂ ਇਹ ਹੈ ਕਿ ਬੁਸ਼ਰਾ ਬੀਬੀ ਦੀ ਕਰਪਸ਼ਨ ਦੀ ਫਾਈਲ ਜਿਹੜੀ ਹੈ ਉਹ ਜਨਾਬ ਆਰਮੀ ਚੀਫ ਜਨਰਲ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਨੇ ਜਾ ਕੇ ਦਿੱਤੀ ਸੀ ਇਮਰਾਨ ਖਾਨ ਨੂੰ, ਤੇ ਉਹ ਫਾਈਲ ਵੇਖਣ ਤੋਂ ਬਾਅਦ ਉਹ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਮੌਜੂਦਾ ਆਰਮੀ ਚੀਫ ਜਨਰਲ ਆਸਿਮ ਮੁਨੀਰ ਉਸ ਵੇਲੇ DG ISI ਸਨ, ਉਹਨਾਂ ਨੇ ਉਹਨਾਂ ਨੂੰ ਫਾਰਗ ਕਰ ਦਿੱਤਾ ਉਸ ਅਹੁਦੇ ਤੋਂ ਤੇ ਉੱਥੋਂ ਹਟਾ ਕੇ ਤੇ ਉਹਨਾਂ ਨੂੰ ਕੋਰ ਕਮਾਂਡਰ ਜਿਹੜਾ ਉਹ ਗੁਜਰਾਂਵਾਲੇ ਬਣਾ ਕੇ ਘੱਲ ਦਿੱਤਾ। ਹੁਣ ਇੱਥੇ ਬੜੀ ਇੰਟਰਸਟਿੰਗ ਸਵਾਲ ਹੈ ਤੁਹਾਡੇ ਕੋਲੋਂ, ਸਾਰੀ ਆਵਾਮ ਕੋਲੋਂ ਹੀ ਸਵਾਲ ਹੈ ਵੀ ਚਲੋ 1 ਮਿੰਟ ਵਾਸਤੇ ਮੰਨ ਲੈਂਦੇ ਕਿ ਇਹ ਜਿਹੜਾ ਵੀ ਬੰਦਾ ਇਹ ਗੱਲ ਸੁਣਾਉਂਦਾ ਸੀ ਕਿ ਉਹ ਕਰਪਸ਼ਨ ਦੀ ਫਾਈਲ ਸੀ ਬੁਸ਼ਰਾ ਬੀਬੀ ਦੀ ਤੇ ਉਹ ਜਾ ਇਮਰਾਨ ਖਾਨ ਨੂੰ ਦਿੱਤੀ ਤੇ ਇਮਰਾਨ ਖਾਨ ਸਾਹਿਬ ਨੇ ਬਜਾਏ ਉੱਤੇ ਐਕਸ਼ਨ ਲੈਣ ਦੀ ਉਹਨਾਂ ਨੇ ਆਸਿਮ ਮੁਨੀਰ ਸਾਹਿਬ ਨੂੰ ਫਾਰਿਗ ਕਰ ਦਿੱਤਾ। ਚਲੋ ਇਹ ਕੰਮ ਤੇ ਇਮਰਾਨ ਖਾਨ ਸਾਹਿਬ ਨੇ ਕੀਤਾ ਤੇ ਬੜਾ ਭੈੜਾ ਕਰ ਲਿਆ, ਮੰਨ ਲੈਂਦੇ 1 ਮਿੰਟ, ਤੁਹਾਡੀ ਗੱਲ ਹੀ ਮੰਨ ਲੈਂਦੇ, ਪਰ ਸਵਾਲ ਇੱਥੇ ਹੈ ਵੀ ਉਹ ਫਾਈਲ ਤੇ ਤੁਹਾਡੇ ਕੋਲ ਹੀ ਹੈ ਜੇ 3 ਸਾਲ ਤੋਂ, ਤੇ ਹੁਣ ਬਿਲਾ ਸ਼ਿਰਕ ਤੇ ਗੈਰ ਜਨਾਬ ਦੀ ਇਸ ਵੇਲੇ ਇਕਤਦਾਰ ਹੈ। ਇਸ ਵੇਲੇ ਜਨਾਬ ਅੰਦਾਤਾ ਨੇ, ਬਾਦਸ਼ਾਹ ਨੇ, ਜਿਹਨੂੰ ਚਾਹਣ ਮੁਹਸਨ ਨਕਵੀ ਅਰਗੇ ਨੂੰ ਥੱਲਿਓਂ ਚੁੱਕ ਕੇ ਉੱਤੇ ਲੈ ਜਾਣ ਤੇ ਜਿਹਨੂੰ ਚਾਹਣ ਉਹਨੂੰ ਜਨਾਬ ਜੇਲ੍ਹ ਦੇ ਵਿੱਚ ਪਾ ਦੇਣ, ਉਹਦੀ ਤਕਦੀਰ ਦੇ ਫੈਸਲੇ ਕਰਨ, ਤੇ ਉਹ ਫਾਈਲ ਕਿਉਂ ਨਹੀਂ ਨਿਕਲਦੀ ਕਿਤੇ? ਮੈਨੂੰ ਦੱਸੋ ਨਾ ਵੀ ਉਹ ਫਾਈਲ ਜਿਹੜੀ ਕਿੱਥੇ ਗਵਾਚ ਗਈ ਹੈ। ਤੇ ਦੂਜਾ, ਪਿਛਲੇ 3 ਸਾਲਾਂ ਤੋਂ ਚਲੋ ਕਮ ਅਜ਼ ਕਮ ਹੁਣ 3 ਸਾਲ ਹੋ ਗਏ ਨੇ ਤੇ ਜਾਂ ਹੋ ਜਾਣਗੇ 2 ਮਹੀਨਿਆਂ ਤੱਕ, ਉਸਮਾਨ ਬੁਜ਼ਦਾਰ ਸਾਹਿਬ ਇੱਥੇ ਹੀ ਫਿਰਦੇ ਨੇ। ਉਹ ਕਦੀ ਤੇ ਅੰਬ ਠੰਡੇ ਕਰਦੇ ਫਿਰਦੇ ਨੇ ਦਰਿਆਏ ਸਿੰਧ ਦੇ ਵਿੱਚ ਤੇ ਕਦੀ ਉਹ ਜਨਾਬ ਫਰਾਟੇ ਲੈਂਦੇ ਫਿਰਦੇ ਨੇ ਡੈਜ਼ਰਟ ਦੇ ਵਿੱਚ। ਸੁਣਿਆ ਵੀ ਅੱਜ ਕੱਲ੍ਹ ਆਪਣੀ ਨਵੀਂ ਲੈਂਡ ਕਰੂਜ਼ਰ ਜਿਹੜੀ ਹੈ ਉਹਨੂੰ ਡੈਜ਼ਰਟ ਦੇ ਵਿੱਚ ਟਾਇਰਾਂ ਦੀ ਹਵਾ ਥੋੜ੍ਹੀ ਜਿਹੀ ਘੱਟ ਕਰਕੇ, ਉਹ ਡੈਜ਼ਰਟ ਦੇ ਵਿੱਚ ਥੋੜ੍ਹੀ ਜਿਹੀ ਟਾਇਰਾਂ ਦੀ ਹਵਾ ਘੱਟ ਕਰੀਏ ਤੇ ਗੱਡੀ ਸੁਥਰੀ ਚੱਲਦੀ ਹੈ। ਪਤਾ ਇਹ ਲੱਗਾ ਵੀ ਟਾਇਰਾਂ ਦੀ ਹਵਾ ਥੋੜ੍ਹੀ ਜਿਹੀ ਘੱਟ ਕਰਕੇ ਤੇ ਡੈਜ਼ਰਟ ਜਿੱਥੇ ਬਾਜੀ ਤੇ ਆਸਿਮ ਮੁਨੀਰ ਸਾਹਿਬ ਨਹੀਂ ਗਏ ਹੋਏ ਸਨ ਚੋਲਸਤਾਨ, ਉਸੇ ਇਲਾਕੇ ਦੇ ਵਿੱਚ ਬੁਜ਼ਦਾਰ ਸਾਹਿਬ ਵੀ ਫਰਾਟੇ ਭਰਦੇ ਫਿਰਦੇ ਨੇ ਆਪਣੀ ਨਵੀਂ ਲੈਂਡ ਕਰੂਜ਼ਰ ਤੇ ਟਾਇਰਾਂ ਦੀ ਹਵਾ ਥੋੜ੍ਹੀ ਜਿਹੀ ਘੱਟ ਕਰਕੇ। ਹੁਣ ਇਹ ਮੈਨੂੰ ਨਹੀਂ ਪਤਾ ਕਿ ਬੁਜ਼ਦਾਰ ਸਾਹਿਬ ਜਿਹੜੇ ਨੇ ਉਹ ਵੀ ਉੱਥੇ ਕੁਝ ਲੱਭਦੇ ਫਿਰਦੇ ਨੇ, ਮਤਲਬ ਉਹ ਵੀ ਕੋਈ ਸ਼ਰਮਾਉਂਦੇ ਫਿਰਦੇ ਨੇ ਉੱਥੇ ਕਿ ਨਹੀਂ। ਮੇਰਾ ਮਤਲਬ ਉਹਨਾਂ ਨੂੰ ਲੱਗਦਾ ਹੈ ਵੀ ਇੱਕ ਵਜ਼ੀਰ ਆਲਾ ਦੀ ਕਿਸਮਤ ਬਦਲ ਗਈ ਇੱਥੇ, ਹੋ ਸਕਦਾ ਮੇਰੀ ਵੀ ਬਦਲ ਜਾਏ, ਮੈਨੂੰ ਬਣਾਉਣ ਵਾਲੇ ਦੁਬਾਰਾ ਵਜ਼ੀਰ ਆਜ਼ਮ ਬਣਾ ਦੇਣ, ਵਜ਼ੀਰ ਆਲਾ ਬਣਾ ਦੇਣ। ਵੈਸੇ ਵਜ਼ੀਰ ਆਜ਼ਮ ਵੀ ਬਣਾ ਸਕਦੇ ਨੇ ਕਿਉਂਕਿ ਜਿਹਨੂੰ ਬਣਾਇਆ ਵਜ਼ੀਰ ਆਜ਼ਮ ਉਹ ਕਿਹੜਾ ਕੋਈ ਉਸਮਾਨ ਬੁਜ਼ਦਾਰ ਸਾਹਿਬ ਤੋਂ ਕੋਈ ਬਹੁਤ ਜ਼ਿਆਦਾ ਮਤਲਬ ਅਸਮਾਨ ਤੇ ਕੋਈ ਤਾਰੇ ਤੂਰੇ ਲਾ ਕੇ ਆਉਂਦਾ ਤੇ ਲਾ ਕੇ ਲਿਆਉਂਦਾ। ਬਹਰਹਾਲ ਅਗਰ ਉਸਮਾਨ ਬੁਜ਼ਦਾਰ ਸਾਹਿਬ ਉੱਥੇ ਹੀ ਲਾਗੇ ਚਾਗੇ ਗੱਡੀ ਚਲਾਉਂਦੇ ਰਹੇ ਤੇ ਚਲੋ ਪੰਜਾਬ ਦੇ ਨਾਮ ਹੀ ਸਹੀ, ਪਰਾਂ ਬਲੋਚਿਸਤਾਨ ਦੇ ਹੋ ਸਕਦਾ ਅਗਲੇ ਬਣਾ ਦੇਣ, ਕਿਉਂਕਿ ਪੰਜਾਬ 'ਚ ਇਸ ਵੇਲੇ ਤਬਦੀਲੀ ਨਹੀਂ ਕੀਤੀ ਜਾ ਸਕਦੀ। ਉੱਥੇ ਤੇ ਤੁਹਾਨੂੰ ਪਤਾ ਇਸ ਵੇਲੇ ਹਰ ਦਿਲ ਅਜ਼ੀਜ਼ ਜਿਹੜੀ ਚੀਫ ਮਿਨਿਸਟਰ ਸਾਹਿਬਾਂ ਨੇ ਉਹਨਾਂ ਦਾ ਹੀ ਕੰਮ ਜਿਹੜਾ ਉੱਥੇ ਸੂਤਰ ਰਹਿਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਲੀਮਾ ਖਾਨਮ ਸਾਹਿਬ ਦਾ ਬਿਆਨ ਹੈ। ਉਹਨਾਂ ਨੇ ਬਿਆਨ ਇਹ ਦਿੱਤਾ ਹੈ, ਇਮਰਾਨ ਖਾਨ ਸਾਹਿਬ ਨੇ ਜਿਹੜੀ ਉਹਨਾਂ ਨੂੰ ਤਾਕੀਦ ਕੀਤੀ, ਉਹਨਾਂ ਬਾਹਰ ਆ ਕੇ ਉਹਦੇ 'ਤੇ ਬਿਆਨ ਦਿੱਤਾ ਹੈ। ਬਿਆਨ ਉਹਨਾਂ ਇਹ ਦਿੱਤਾ ਹੈ ਕਿ ਇਮਰਾਨ ਖਾਨ ਸਾਹਿਬ ਇਹ ਆਂਦੇ ਨੇ ਕਿ ਇਸ ਵੇਲੇ ਹਰ ਫੈਸਲਾ, ਹਰ ਹੁਕਮ, ਹਰ ਆਰਡਰ ਜਿਹੜਾ ਉਹ ਆਸਿਮ ਮੁਨੀਰ ਸਾਹਿਬ ਦਾ ਆਰਡਰ ਤੇ ਲੋਹੇ ਦਾ ਗਾਰਡਰ ਇਹ ਹੀ ਕਰਨਲ ਸਾਹਿਬ ਨੇ ਬਣਾਇਆ ਹੋਇਆ। ਉੱਥੇ ਜਿਹੜੇ ਕਰਨਲ ਸਾਹਿਬ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਆਸਿਮ ਮੁਨੀਰ ਸਾਹਿਬ ਡਾਇਰੈਕਟਲੀ ਆਰਡਰ ਕਰਦੇ ਨੇ ਤੇ ਉਹ ਕਰਨਲ ਸਾਹਿਬ ਉਹਨਾਂ ਦੇ ਉੱਤੇ ਜਿਹੜਾ ਨਾ ਉਹ ਅਮਲ ਕਰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਇੱਕ ਹੀ ਬੰਦਾ ਬਿਲਾ ਸ਼ਿਰਕ ਤੇ ਗੈਰ, ਇਸ ਵੇਲੇ ਕੱਲੇ ਨੂੰ ਮੈਂ ਕੱਲੀ ਟੱਕਰੀ ਮੇਰੀ ਜੇਬ ਲੱਡੂਆਂ ਨੇ ਪਾੜੀ, ਉਹ ਕੰਮ ਆਸਿਮ ਮੁਨੀਰ ਸਾਹਿਬ ਦਾ ਹੋਇਆ। ਉਹ ਕੱਲੇ ਨੂੰ ਕੱਲੇ ਟੱਕਰੇ ਨੇ, ਮਤਲਬ ਉਹ ਆਪ ਹੀ ਆਪਣੀ ਜੇਬ 'ਚ ਲੱਡੂ ਪਾ ਲੈਂਦੇ ਨੇ ਤੇ ਆਪਣੀ ਜੇਬ 'ਚੋਂ ਕੱਢ ਲੈਂਦੇ ਨੇ, ਆਪੇ ਹੀ ਬਿਆਨ ਦਿੰਦੇ ਨੇ, ਆਪੇ ਹੀ ਕਹਿੰਦੇ ਨੇ ਮੈਂ ਹੱਥ ਕੱਟ ਦੇਣੇ ਨੇ ਤੇ ਆਪੇ ਹੀ ਆਉਂਦੇ ਨੇ ਕੋਈ ਕਿਸੇ ਦਾ ਖਵਾਤੀਨ ਦੀ ਜਿਹੜੀ ਬੇਤੌਕੀਰੀ ਨਾ ਕਰੇ ਤੇ ਉਸ ਵੇਲੇ ਆਪੇ ਹੀ ਬੇਤੌਕੀਰੀ ਕਰ ਦਿੰਦੇ ਨੇ ਬੁਸ਼ਰਾ ਬੀਬੀ ਦੀ। ਤੇ ਬਹਰਹਾਲ ਇਸ ਵੇਲੇ ਉਹਨਾਂ ਦੀ ਚੜ੍ਹਾਈ ਹੈ, ਇਸ ਵੇਲੇ ਉਹਨਾਂ ਨੂੰ ਲੱਗਦਾ, ਲੇਕਿਨ ਸਾਨੂੰ ਲੱਗਦਾ ਵੀ ਹੁਣ ਉਹਨਾਂ ਦੀ ਉਤਰਾਈ ਹੈ। ਮੇਰਾ ਮਤਲਬ ਜਿਹੜਾ ਕੰਮ ਹੋਣਾ ਸੀ ਹੋ ਗਿਆ। ਲੇਕਿਨ ਇਮਰਾਨ ਖਾਨ ਸਾਹਿਬ ਨੇ ਜੇਲ੍ਹ 'ਚੋਂ ਇਹ ਦੱਸਿਆ ਵੀ ਜੋ ਕੁਛ ਵੀ ਇੱਥੇ ਹੋ ਰਿਹਾ
ਉਹ ਆਸਿਮ ਮੁਨੀਰ ਸਾਹਿਬ ਹੀ ਕਰ ਰਹੇ ਨੇ। ਅੱਗੋਂ ਉਹਨਾਂ ਦੀ ਭੈਣ ਹੈ ਨੌਰੀਨ ਨਿਆਜ਼ੀ ਸਾਹਿਬਾ, ਇਮਰਾਨ ਖਾਨ ਸਾਹਿਬ ਦੀ ਦੂਜੀ ਹਮਸ਼ੀਰਾ, ਉਹਨਾਂ ਨੇ ਕਿਹਾ ਕਿ ਆਸਿਮ ਮੁਨੀਰ ਸ਼ਿਕਸਤ ਖਾ ਚੁੱਕਿਆ ਹੈ, ਇਮਰਾਨ ਖਾਨ ਇਹਨਾਂ ਸਾਰਿਆਂ ਨੂੰ ਸ਼ਿਕਸਤ ਦੇ ਚੁੱਕਿਆ ਹੈ। ਆਸਿਮ ਮੁਨੀਰ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਆਪਣਾ ਜ਼ਿਹਨੀ ਤਵਾਜ਼ਨ ਖੋ ਚੁੱਕਿਆ ਹੈ। ਇੱਥੇ ਤੁਸੀਂ ਇਹ ਜ਼ਿਹਨ 'ਚ ਰੱਖਣਾ ਹੈ ਕਿ ਨੌਰੀਨ ਨਿਆਜ਼ੀ ਸਾਹਿਬਾ ਦਾ ਜਿਹੜਾ ਪੁੱਤਰ ਹੈ ਉਹ ਮਿਲਟਰੀ ਕੋਰਟ ਦੇ ਵਿੱਚੋਂ ਹਸਾਨ ਨਿਆਜ਼ੀ 10 ਸਾਲ ਦੀ ਕੈਦ ਜਿਹੜੀ ਉਹਨੂੰ ਦਿੱਤੀ ਹੋਈ ਹੈ ਅਤੇ ਉਹ ਇਸ ਵੇਲੇ ਉਸ ਕੈਦ ਨੂੰ ਭੁਗਤ ਰਿਹਾ। ਇੱਕ ਪਾਸੇ ਪੁੱਤਰ ਜਿਹੜਾ ਉਹ ਆਸਿਮ ਮੁਨੀਰ ਸਾਹਿਬ ਦੇ ਜਾਲ ਦੇ ਵਿੱਚ ਹੈ ਅਤੇ ਦੂਜੇ ਪਾਸੇ ਹੀਰੇ ਵਰਗਾ ਉਹਨਾਂ ਦਾ ਜਿਹੜਾ ਵੀਰ ਹੈ ਉਹ ਵੀ ਇਸ ਵੇਲੇ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਪਾਇਆ। ਉਸ ਦੇ ਬਾਵਜੂਦ ਨੌਰੀਨ ਨਿਆਜ਼ੀ ਸਾਹਿਬਾ ਨੇ ਕੀ ਆਖਿਆ, ਇਹ ਸੁਣੋ। इमरान खान सुरखरू होके बैठे अंदर और ये सारा निजाम के साथ खेल रहे हैं। इनके ज़हनी तवाज़न भी खराब हो गए, क्योंकि आप देखेंगे जब वो बोल रहे हैं तो उनको पता नहीं वो क्या बोल रहे हैं। तो अल्लाह इमरान खान ने इन सब को अपनी जगह पे पहुंचा दिया जहाँ इनकी थी। ये अपने ओहदों से उनसे गिर चुके हैं। ਸੁਣ ਲਿਆ ਜੀ, ਉਹਨਾਂ ਨੇ ਬਗੈਰ ਕਿਸੇ ਲਗੀ ਲਿਪਟੀ ਤੋਂ ਖੋਲ ਕੇ ਗੱਲ ਸਾਰੀ ਰੱਖ ਦਿੱਤੀ ਹੈ ਕਿ ਇਹ ਸਾਰਾ ਆਸਿਮ ਮੁਨੀਰ ਸਾਹਿਬ ਹੀ ਕਰ ਰਹੇ ਨੇ। ਅੱਛਾ ਜੀ, ਅੱਗੋਂ ਬਾਜੀ ਮਰੀਮ ਨੇ ਇੱਕ ਜਲਸਾ ਕੀਤਾ ਬਾਜੀ ਮਰੀਮ ਨੇ ਨਾਰੋਵਾਲ ਦੇ ਵਿੱਚ ਜਲਸਾ ਕੀਤਾ ਪੂਰੇ 4.25 ਕਨਾਲ ਜਗ੍ਹਾ ਦੇ ਵਿੱਚ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ, 4.25 ਕਨਾਲ ਜਗ੍ਹਾ ਦੇ ਵਿੱਚ ਇੱਕ ਚੌਕ ਜਿਹਾ ਹੈ, ਉੱਥੇ ਜਲਸਾ ਕੀਤਾ। ਇੱਕ ਅੱਜ ਕੱਲ੍ਹ ਕੈਮਰਾ ਆਉਂਦਾ ਜਿਹਨੂੰ ਕਹਿੰਦੇ ਨੇ ਵਾਈਡ ਐਂਗਲ, ਉਹ ਹੈ ਆਈਫੋਨ ਦੇ ਵਿੱਚ ਵੀ ਛੋਟੀ ਜਿਹੀ ਫੈਸਿਲਿਟੀ ਹੈ, ਉਹਦੀ ਪੂਰੀ ਫੈਸਿਲਿਟੀ ਨਹੀਂ ਹੈ। ਆਈਫੋਨ ਦਾ ਜਦੋਂ ਕੈਮਰਾ ਤੁਸੀਂ ਖੋਲ੍ਹਦੇ ਹੋ, ਅਤੇ ਮੈਂ ਸਿਰਫ ਤੁਹਾਡੇ ਵਾਸਤੇ ਦੱਸ ਰਿਹਾ, ਜਿਨ੍ਹਾਂ ਨੂੰ ਨਹੀਂ ਪਤਾ ਹੋਵੇ, ਵੈਸੇ ਬਹੁਤਿਆਂ ਨੂੰ ਤਾਂ ਮੇਰੇ ਤੋਂ ਬਹੁਤਾ ਪਤਾ ਹੋਏਗਾ, ਅੱਜ ਕੱਲ੍ਹ ਟੈਕਨੋਲੋਜੀ 'ਚ ਹਰ ਦੂਜਾ ਬੰਦਾ ਜਿਹੜਾ ਬੜਾ ਐਕਸਪਰਟ ਹੈ, ਉਹ ਅਗਰ ਤੁਸੀਂ ਖੋਲ੍ਹਦੇ ਹੋ ਤਸਵੀਰ, ਕੈਮਰਾ ਖੋਲ੍ਹਦੇ ਹੋ, ਤਾਂ ਇਹ ਕੋਈ ਵੀ ਤਸਵੀਰ ਤੁਹਾਡੇ ਸਾਹਮਣੇ ਸੀਨ ਆਉਂਦਾ, ਉਹਨੂੰ ਅਗਰ ਜ਼ੂਮ ਆਊਟ ਕਰੋ ਤਾਂ ਫਿਰ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਜਿਹੜੀ ਈਵਨ ਲਾਗੇ ਸ਼ਾਇਦ ਉਹਦਾ ਕਿੱਡੀ ਵੱਡੀ ਉਹਨੂੰ ਉਹ ਬਣਾ ਦਿੰਦਾ, ਅਤੇ ਵਾਈਡ ਕੈਮਰਾ ਉਹਦੀ ਜਿਹੜੀ ਹੈ ਉਹ ਜ਼ਾਹਿਰ ਹੈ ਉਹਦੀ ਛਬੀ ਲੈਂਦਾ। ਇਹ ਹੁਣ ਉਹ 4.25 ਕਨਾਲ ਦੇ ਵਿੱਚ ਬੰਦਿਆਂ ਨੂੰ ਭਰਿਆ ਗਿਆ, ਅਤੇ ਉਹ ਕਿੰਨੇ ਕੁ ਬੰਦੇ ਹੋਣਗੇ ਤੁਸੀਂ ਆਪ ਹੀ ਹਿਸਾਬ ਲਾ ਲਓ। 4-5 ਹਜ਼ਾਰ ਬੰਦਾ ਵੀ ਹੋਵੇ ਤਾਂ 4.25 ਕਨਾਲ ਜਿਹੜੀ ਹੈ ਉਹਦੇ ਵਿੱਚ ਬੰਦੇ ਤੇ ਬੰਦਾ ਚੜਿਆ ਹੁੰਦਾ। ਅਤੇ ਉਸ ਤੋਂ ਬਾਅਦ ਉਹਨਾਂ ਆਖਿਆ ਜੀ ਲੱਖਾਂ ਬੰਦੇ ਇੱਥੇ ਇਕੱਠੇ ਆ ਗਏ ਨੇ। ਇਹ ਹੁਣ ਨੂਨ ਲੀਗ ਨੇ ਪਤਾ ਨਹੀਂ ਇਹ ਬੰਦੇ ਜਿਹੜੇ ਨੇ ਕੋਈ ਕੰਪਰੈਸ ਕਰਕੇ ਇੱਥੇ ਕੋਈ ਮਸ਼ੀਨ ਲਾਈ ਸੀ, ਕੰਪਰੈਸਰ ਲਾਏ ਸਨ, ਮਤਲਬ ਕੀ ਕੀਤਾ ਹੈ ਸਾਡੀ ਸਮਝ ਤੋਂ ਬਾਹਰ ਹੈ ਵੀ 4.25 ਕਨਾਲ ਦੇ ਵਿੱਚ ਲੱਖਾਂ ਬੰਦੇ ਉਹਨਾਂ ਖੜੇ ਕਰ ਦਿੱਤੇ ਨੇ। ਉਹ ਜਿਹੜੇ ਬੰਦੇ ਆਉਂਦੇ ਨੇ, ਮੈਂ ਗਲਤ ਬਿਆਨ ਨਹੀਂ ਕਰਨਾ, ਉਹ ਉੱਥੇ ਨਾਰੋਵਾਲ ਚਲੇ ਜਾਣ, ਉਸ ਚੌਕ ਨੂੰ ਮਿਲ ਲੈਣ ਫੀਤਾ ਮਾਰ ਕੇ, ਅਤੇ ਪਤਾ ਲੱਗ ਜਾਏਗਾ ਵੀ ਉਹ ਜਗ੍ਹਾ ਕਿੰਨੀ ਕੁ ਹੈ ਜਿਹਦੀ ਮੈਂ ਗੱਲ ਕਰਨਾ, ਜਿੱਥੇ ਜਲਸਾ ਕੀਤਾ। ਪਰ ਉੱਥੇ ਮਰੀਮ ਸਾਹਿਬਾ ਨੇ ਪੁੱਛਿਆ ਵੀ ਜਨਾਬ ਮੇਰੀ ਖਿਦਮਤ ਸੇ ਆਪ ਖੁਸ਼ ਹੈ। ਇਹ ਤਾਂ ਹੁਣ ਬਾਜੀ ਤੁਸੀਂ ਹਰ ਥਾਂ 'ਤੇ ਪੁੱਛਦੇ ਫਿਰਦੇ ਹੋ, ਚੋਲਿਸਤਾਨ 'ਚ ਵੀ ਮੇਰਾ ਖਿਆਲ ਤੁਸੀਂ ਇਹੀ ਪੁੱਛਿਆ ਸੀ ਵੀ ਮੇਰੀ ਖਿਦਮਤ ਤੋਂ ਤੁਸੀਂ ਖੁਸ਼ ਹੋ। ਉੱਥੇ ਤਾਂ ਜਵਾਬ ਇਹੀ ਆਇਆ। ਮੈਂ ਹੁਣ ਆਰਮੀ ਚੀਫ ਵਾਲੇ ਪਾਸੇ ਨਾ ਗੱਲ ਲੈ ਜਾਣਾ, ਮੈਂ ਜਿਹੜੀ ਉੱਥੋਂ ਦੀ ਆਵਾਮ ਦੀ ਹੈ ਉਹਨਾਂ ਵਾਲੇ ਪਾਸੋਂ ਆਇਆ, ਆਵਾਮ ਵਾਲੇ ਪਾਸਿਓਂ ਵੀ ਨਹੀਂ ਅਸੀਂ ਖੁਸ਼ ਨਹੀਂ। ਹਾਂ, ਇਹ ਅਲੱਗ ਗੱਲ ਹੈ ਕਿ ਆਰਮੀ ਚੀਫ ਅਤੇ ਜਿਹੜੇ ਉੱਥੇ ਦੂਜੇ ਬੰਦੇ ਸਨ ਉਹ ਸਾਰੇ ਹੱਸਣ ਡਏ ਸਨ, ਲੇਕਿਨ ਜਿਹੜੀ ਆਵਾਮ ਹੈ ਉਹ ਉੱਥੇ ਵੀ ਰੋਣ ਡਈ ਸੀ। ਅਤੇ ਅੱਗੋਂ ਜੀ ਨਵਾਜ਼ ਸ਼ਰੀਫ को गिराने की कोशिश की। ਅੱਜ ਮਰਕਜ਼ ਔਰ ਸੂਬੇ 'ਚ ਉਹਨਾਂ ਦੀ ਹਕੂਮਤ ਹੈ, ਮਰੀਮ ਨਵਾਜ਼ ਨੇ ਆਖਿਆ ਨਹੀਂ ਜੀ ਮਰਕਜ਼ ਔਰ ਸੂਬੇ 'ਚ ਉਹਨਾਂ ਦੀ ਹਕੂਮਤ ਕੋਈ ਨਹੀਂ ਹੈ, ਹਕੂਮਤ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦੀ ਹੈ, ਅਤੇ ਤੁਸੀਂ ਕੋਈ ਉਹਨਾਂ ਦੀ ਬਾਂਦੀ ਹੈ ਅਤੇ ਕੋਈ ਉਹਨਾਂ ਦਾ ਬਾਂਦਾ ਹੈ, ਅਤੇ ਕੋਈ ਉਹਨਾਂ ਦੇ ਬੂਟ ਪਾਲਿਸ਼ ਕਰ ਰਿਹਾ ਅਤੇ ਕੋਈ ਕੁਝ ਕਰ ਰਿਹਾ, ਮਤਲਬ ਤੁਸੀਂ ਉਹਨਾਂ ਦੀ ਨੌਕਰੀ ਸ਼ੌਕਰੀ ਕਰ ਰਹੇ ਹੋ। ਹਕੂਮਤ ਤੇ ਇਸ ਵੇਲੇ ਜਿਹੜੀ ਸੱਚੀ ਗੱਲ ਹੈ, ਰੱਬ ਲੱਗਦੀ ਕਹਿਣੀ ਚਾਹੀਦੀ ਹੈ, ਉਹ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦੀ ਹੈ। ਅੱਛਾ ਜੀ, ਅੱਗੋਂ ਮੁਖਾਲਫੀਨ ਜਿਹੜੇ ਨੇ ਉਹ ਬੁਗਜ਼, ਹਸਦ, ਗਾਲਮ ਗਲੋਚ, ਬਦ ਤਹਿਜ਼ੀਬੀ ਅਤੇ ਬਦਤਮੀਜ਼ੀ ਜਿਹੜੀ ਹੈ ਨਾ, ਉਸ ਤੋਂ ਸਿਵਾ ਉਹਨਾਂ ਨੂੰ ਕੁਛ ਨਹੀਂ ਆਉਂਦਾ। ਇਹ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ। ਅਤੇ ਜਨਾਬ ਨੂੰ ਕਤਰੀ ਖੱਤ, ਜਨਾਬ ਨੂੰ ਲੰਦਨ ਤੇ ਕਿਹਾ ਪਾਕਿਸਤਾਨ 'ਚ ਪ੍ਰੋਪਰਟੀ ਨਹੀਂ, ਹਜ਼ੂਰ ਇਹ ਹੈ ਉਹ ਜ਼ਰਾਏ, ਜਨਾਬ ਨੂੰ ਝੂਠ ਮਾਰਨਾ, ਲੁੱਟਣਾ, ਪਾਵੇ ਖਾਣਾ, ਨਿਸਰ ਕੇ ਬਹਿਣਾ, ਉਸੇ ਰੁਮਾਲ ਨਾਲ ਨੱਕ ਸਾਫ਼ ਕਰਨਾ, ਫਿਰ ਉਹੀ ਮੂੰਹ 'ਤੇ ਮੜ ਲੈਣਾ। ਉਹ ਮੈਨੂੰ ਚੇਤੇ ਨਹੀਂ ਵੀ ਜਨਾਬ ਨੂੰ ਹੋਰ ਕਿਹੜਾ ਕੁਛ ਹੈ। ਜਨਾਬ ਨੂੰ ਇਹ ਆਉਂਦਾ ਅਤੇ ਨਾਲ ਬੂਟ ਪਾਲਿਸ਼ ਕਰਨਾ ਅਤੇ ਡੀਲ ਕੱਟਣਾ, ਅਤੇ ਜਿਸ ਵੇਲੇ ਮੌਕਾ ਮਿਲੇ ਉਸ ਵੇਲੇ ਭੱਜ ਜਾਣਾ, ਕਦੇ ਪਲੇਟਲੈਟ ਥੱਲੇ ਕਰ ਲੈਣਾ ਅਤੇ ਕਦੇ ਉੱਤੇ ਕਰ ਲੈਣਾ। ਜਨਾਬ ਦੀ ਜਿਹੜੀ ਐਕਸਪਰਟੀਜ਼ ਨੇ ਉਹ ਇਹ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੜੀ ਇੰਟਰਸਟਿੰਗ ਹੈ। ਸੂਬਾਈ ਵਜ਼ੀਰ ਅਜ਼ਮਾ ਬੁਖਾਰੀ ਸਾਹਿਬਾ ਲਾਹੌਰ ਦੇ ਥੀਏਟਰ ਦੇ ਵਿੱਚ ਉਹਨਾਂ ਛਾਪਾ ਮਾਰਿਆ। ਅੱਛਾ, ਇਹ ਹੁਣ ਮੇਰੀ ਗੱਲ ਹੋਈ ਉੱਥੋਂ ਦੇ ਇੱਕ ਮੁਕਾਮੀ ਸਹਾਫੀ ਨਾਲ, ਉਹਨੇ ਦੱਸਿਆ ਜੀ ਕਿ ਛਾਪਾ ਬੜਾ ਇੰਟਰਸਟਿੰਗ ਸੀ। ਬਾਜੀ ਅਜ਼ਮਾ ਬੁਖਾਰੀ ਜਿਹੜੀ ਹੈ, ਮੇਰੇ ਨਾਲ ਨੀਂਦ ਨੂੰ ਤਾਂ ਵੈਸੇ ਹੀ ਇਹਨੂੰ ਘੱਟ ਆਉਂਦੀ ਹੈ ਝੱਲੀ ਨੂੰ, ਅਤੇ ਕਿਉਂਕਿ ਜਿੰਨੀਆਂ ਇਹ ਨਾਸਾਂ ਫਲਾ ਕੇ ਲੜਦੀ ਹੈ ਅਤੇ ਜਿੰਨਾ ਕਿ ਇਹਦਾ ਬਲੱਡ ਪ੍ਰੈਸ਼ਰ ਉੱਤੇ ਰਹਿੰਦਾ ਭੈਣ ਸਾਡੀ ਦਾ, ਮੈਨੂੰ ਤਾਂ ਲੱਗਦਾ ਪਤਾ ਨਹੀਂ ਕੋਈ ਸੱਪ ਸੁੱਪ ਖਾਂਦੀ ਹੈ ਤਲ ਕੇ। ਮੇਰਾ ਮਤਲਬ ਹੈ ਕਿ ਜਿੱਡੀ ਜ਼ਹਿਰੀਲੀ ਹੈ, ਜਿੱਡੀ ਲੜਦੀ ਹੈ, ਮੈਨੂੰ ਤਾਂ ਉਹ ਬੜਾ ਉਹਦੇ 'ਤੇ ਤਰਸ ਆਉਂਦਾ। ਸਾਡੇ ਭਰਾ 'ਤੇ ਉਹ ਜਿਹੜਾ ਇਹਦਾ ਘਰ ਵਾਲਾ ਹੈ, ਉਹ ਹੁਣ ਪਤਾ ਨਹੀਂ ਕੀ ਕਰਦਾ ਹੋਏਗਾ ਵਿਚਾਰਾ, ਜਾਂ ਮੇਰਾ ਖਿਆਲ ਹੈ ਕਿ ਜਦੋਂ ਇੱਦਾਂ ਬਾਹਰ ਨਿਕਲਦੀ ਹੋਏਗੀ ਭੈਣ ਸਾਡੀ, ਉਦੋਂ ਉਹ ਸੌਂਸਾਂ ਲੈਂਦਾ ਹੋਏਗਾ, ਬਾਕੀ ਟਾਈਮ ਉਹ ਵਿਚਾਰਾ ਕਿਤੇ ਐਂਟੀਨੇ 'ਤੇ ਟੰਗਿਆ ਹੋਏਗਾ। ਬਹਰਹਾਲ ਤੁਹਾਨੂੰ ਪਤਾ ਹੈ ਵੀ ਇਹੋ ਜਿਹੇ ਬੰਦੇ ਜਿਹੜੇ ਨੇ ਜਿਹਨਾਂ ਨੂੰ ਉੜਦੀ ਲੱਗੀ ਹੋਵੇ, ਉਹਨਾਂ ਨੂੰ ਫਿਰ ਸਕੂਨ ਚੈਨ ਘੱਟ ਹੀ ਹੁੰਦਾ, ਬੁਲੰਦ ਫਸ਼ਾਰੇ ਖੂਨ ਹੁੰਦਾ, ਅਤੇ ਉਹਦੀ ਵਜ੍ਹਾ ਤੋਂ ਫਿਰ ਪਤਾ ਨਹੀਂ ਕੀ ਕੁਛ ਕਰਦੇ ਨੇ ਅਤੇ ਕਿਸ ਤਰ੍ਹਾਂ ਲੜਦੇ ਫਿਰਦੇ ਨੇ। ਬਹਰਹਾਲ
ਇਹ ਬਾਜੀ ਜਿਹੜੀ ਆਪਣੀ ਉੱਥੇ ਜਿਹੜੇ ਥੀਏਟਰ ਸੀ ਕੋਈ ਉਹਦੇ ਵਿੱਚ, ਤੇ ਉੱਥੇ ਛਾਪਾ ਮਾਰਿਆ ਤੇ ਉੱਥੇ ਅਦਾਕਾਰਾਂ ਦੇ ਬਾਥਰੂਮ 'ਚ ਜਾ ਵੜੀ। ਹਾਂਜੀ, ਇਹ ਮੈਨੂੰ ਮੁਕਾਮੀ ਸਾਫੀ ਨੇ ਦੱਸਿਆ, ਖਬਰ ਬਾਹਰ ਨਹੀਂ ਨਿਕਲੀ। ਉੱਥੇ ਬਾਥਰੂਮਾਂ ਜਾ ਵੜੀ ਤੇ ਉਹਨੇ ਆਖਿਆ ਵੀ ਮੈਂ ਚੈੱਕ ਕਰਨਾ ਇੱਥੇ ਅੰਦਰ ਕੀ ਹੋਣ ਡਿਆ। ਉਹ ਵਿਚਾਰੀ ਕੋਈ ਅਦਾਕਾਰਾ ਜਿਹੜੀ ਉਹ ਕੱਪੜੇ ਪਾਉਣ ਡਈ ਸੀ ਉੱਥੇ, ਤੇ ਮੇਰਾ ਮਤਲਬ ਤਿਆਰ ਹੋਣ ਡਈ ਸੀ, ਅਜੇ ਉਹਨੇ ਕੱਪੜੇ ਲਾਏ ਸੀ, ਪਾਏ ਨਹੀਂ ਸੀ, ਤੇ ਉੱਥੇ ਰੌਲਾ ਪੈ ਗਿਆ। ਉਹ ਮੇਰਾ ਖਿਆਲ ਹੈ ਵੀ ਅੰਦਰੋਂ ਕਿਸੇ ਨੇ ਧੱਕਾ ਮਾਰਿਆ ਇਹਨਾਂ ਨੂੰ, ਅਜ਼ਮਾ ਬੁਖਾਰੀ ਸਾਹਿਬਾਂ ਨੂੰ ਬਾਹਰ ਡਿੱਗੀ ਹੈ। ਫਿਰ ਉੱਥੇ ਖੈਰ ਰੌਲਾ ਪਿਆ, ਬਾਅਦ ਦੇ ਵਿੱਚ ਉਹ ਪੁਲਿਸ ਵੀ ਨਾਲ ਸੀ। ਫਿਰ ਉਹ ਅਦਾਕਾਰਾ ਨੂੰ ਮਾਫੀ ਮੰਗਣੀ ਪਈ ਵਿਚਾਰੀ ਨੂੰ ਇਹਨਾਂ ਦੇ ਕੋਲੋਂ ਹੱਥ ਜੋੜ ਕੇ, ਵਰਨਾ ਜਾਨ ਨਹੀਂ ਸੀ ਛੱਡਦੀ, ਕਿਉਂਕਿ ਅੰਦਰ ਜਾ ਵੜੀ ਜਿੱਥੇ ਉਹ ਵਿਚਾਰੀਆਂ ਕੱਪੜੇ ਬਦਲ ਰਹੀਆਂ ਸਨ। ਫਿਰ ਉਹਨਾਂ ਦੀਆਂ ਅਲਮਾਰੀਆਂ, ਕਾਸਟਿਊਮ, ਉਹਨਾਂ ਦੇ ਕੱਪੜੇ ਸਾਰੇ ਚੈੱਕ ਕੀਤੇ, ਉਹਨਾਂ ਦੇ ਪ੍ਰਾਈਵੇਟ ਕੱਪੜੇ ਚੈੱਕ ਕੀਤੇ, ਦੂਜੇ ਕੱਪੜੇ ਚੈੱਕ ਕੀਤੇ ਕਿ ਜੀ ਇਹ ਕੀ ਪਾਉਂਦੀਆਂ ਜੇ, ਥੱਲੇ ਕੀ ਪਾਉਂਦੀਆਂ ਜੇ, ਉੱਤੇ ਕੀ ਪਾਉਂਦੀਆਂ ਜੇ। ਮੇਰੀ ਤਾਂ ਸਮਝ ਤੋਂ ਬਾਹਰ ਹੈ ਵੀ ਇਹ ਕਿਹੜੇ ਮਾਮਲੇ ਨੂੰ ਚਲੇ ਗਏ। ਲੱਗਦਾ ਹੈ ਕਿ ਇਹ ਕਿਤੇ ਹਾਫਿਜ਼ ਜੀ ਨੇ ਇੱਥੇ ਵੀ ਐਤੂਤ ਪੜ੍ਹ ਕੇ ਦੱਸੀ ਹੈ ਕੋਈ, ਤੇ ਉਹਨਾਂ ਨੂੰ ਦੱਸਿਆ ਕਿ ਜਨਾਬ ਤੁੰਨ ਕੇ ਰੱਖਣਾ ਇਹਨਾਂ ਨੂੰ ਵੀ। ਤੇ ਅੱਗੋਂ ਹੁਣ ਜਿਹੜੀ ਅਜ਼ਮਾ ਬੁਖਾਰੀ ਉਹਨੇ ਫੈਸਲਾ ਕਰ ਲਿਆ ਵੀ ਮੈਂ ਜਿਹੜਾ ਉਹਦਾ ਜ਼ੋਰ ਇਹਨਾਂ 'ਤੇ ਹੀ ਚੱਲਣਾ ਹੈ, ਜ਼ਾਹਿਰ ਹੈ ਸਟੇਜ ਡਰਾਮੇ ਦੀ ਜਿਹੜੇ ਵਿਚਾਰੇ ਐਕਟਰ ਨੇ ਉਹਨਾਂ ਦੇ ਉੱਤੇ, ਤੇ ਉਹਨੇ ਹੁਣ ਉਹਨਾਂ ਨੂੰ ਤੁੰਨ ਕੇ ਰੱਖਿਆ ਹੋਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਇਸਾਕ ਡਾਰ ਸਾਹਿਬ UK 'ਚ ਆਏ ਨੇ ਤੇ ਆਪਣਾ USA 'ਚ ਨਿਊਯਾਰਕ ਦੇ ਵਿੱਚ, ਤੇ ਉੱਥੇ ਉਹ ਦੱਸਦੇ ਫਿਰਦੇ ਨੇ ਵੀ ਜੇ ਮੇਰੀਆਂ ਗੱਲਾਂ ਮੰਨ ਲੈਂਦੇ ਤੇ ਕਸ਼ਕੋਲ ਜਿਹੜਾ ਉਹ ਲੱਥ ਜਾਣਾ ਸੀ। ਗੱਲ ਤਾਂ ਠੀਕ ਹੈ, ਇਹਨਾਂ ਦੀ ਗੱਲ ਮੰਨੋ, ਇਹਨਾਂ ਦੇ ਕੋਲੋਂ ਮਨੀ ਲਾਂਡਰਿੰਗ ਦਾ ਕੋਈ ਨਾ ਕੋਈ ਤਰੀਕਾ ਸੁਣੋ ਔਰ ਸਿੱਖੋ, ਤੇ ਮਾਮਲੇ ਸਿੱਧੇ ਹੋ ਜਾਣੇ ਨੇ ਸਾਰੇ। ਇਹਨਾਂ ਨੇ ਜਿਹੜੇ ਚੋਰੀ, ਫਰਾਡ, ਠੱਗੀ ਦੇ ਮਾਮਲਾਤ ਜਿੰਨੇ ਇਹਨਾਂ ਨੂੰ ਮਾਹਿਰਾਨਾ ਤਰੀਕੇ ਨਾਲ ਪਤਾ ਨੇ, ਅਗਰ ਇਹਨਾਂ ਦੀ ਅਸੀਂ ਗੱਲ ਮੰਨ ਲੈਂਦੇ ਤੇ ਹੁਣ ਤੱਕ ਜੀ ਕਰੇ ਪਾਕਿਸਤਾਨ ਦੇ ਪਤਾ ਨਹੀਂ ਕਿੱਥੋਂ ਕਿੱਥੋਂ ਮਾਮਲਾਤ ਜਿਹੜੇ ਨੇ ਉਹ ਕੱਢ ਕੇ ਤੇ ਇਹਨਾਂ ਨੇ ਲੈ ਆਉਣੇ ਸਨ। ਅੱਛਾ ਜੀ, ਅਗਲੀ ਖਬਰ ਬਾਰ ਖਾਨ ਤੋਂ ਹੈ। ਬਾਰ ਖਾਨ ਦੇ ਵਿੱਚ 7 ਮੁਸਾਫਰਾਂ ਨੂੰ ਬੱਸ ਤੋਂ ਉਤਾਰ ਕੇ ਕਤਲ ਕਰ ਦਿੱਤਾ ਹੈ। ਇਹ ਬੱਸ ਜਿਹੜੀ ਹੈ ਕੋਇਟਾ ਤੋਂ ਫੈਸਲਾਬਾਦ ਆ ਰਹੀ ਸੀ, ਤੇ ਇਸ ਬੱਸ ਦੇ ਵਿੱਚ ਸ਼ਨਾਖਤੀ ਕਾਰਡ ਵੇਖੇ ਗਏ ਨੇ, ਜਿਹੜੇ ਪੰਜਾਬੀ ਸਨ ਉਹਨਾਂ ਨੂੰ ਕੱਢ ਕੇ ਕਤਲ ਕਰ ਦਿੱਤਾ। ਅੱਛਾ, ਇਹ ਕੋਈ ਨਵਾਂ ਕੰਮ ਨਹੀਂ, ਆਏ ਰੋਜ਼ ਉੱਥੇ ਇਹ ਕੰਮ ਹੁੰਦਾ ਹੈ, ਪਹਿਲੀ ਗੱਲ ਤੇ। ਦੂਜੀ ਗੱਲ ਇਹ ਹੈ ਕਿ ਸਿਰਫ ਸਿਵਲੀਅਨ ਹੀ ਨਹੀਂ, ਉੱਥੇ ਸਾਡੇ ਜਿਹੜੇ ਸਿਕਿਉਰਿਟੀ ਦੇ ਅਫਸਰਾਨ ਨੇ ਜਾਂ ਜ਼ਿਆਦਾਤਰ ਸਾਡੇ ਅਹਿਲਕਾਰ ਨੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਹੈ। ਔਰ ਇਹ ਕੰਮ ਹੁਣ ਉੱਥੇ ਰੂਟੀਨ ਨਾਲ ਹੋ ਰਿਹਾ ਹੈ। ਬਲੋਚਿਸਤਾਨ ਦੇ ਵਿੱਚ ਹਰ ਦੂਜੇ ਦਿਨ ਤੁਸੀਂ ਇਹੀ ਖਬਰ ਸੁਣਦੇ ਹੋ, ਲੇਕਿਨ ਸਾਡੇ ਜਿਹੜੇ ਨੇ ਉਹ ਬੜੇ ਆਰਾਮ ਨਾਲ ਸਕੂਨ ਕਰਕੇ ਬੈਠੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਨਾ ਕੋਈ ਲੈਣ ਹੈ ਤੇ ਨਾ ਕੋਈ ਦੇਣ ਹੈ। ਉਹ ਆਂਦੇ ਨੇ ਵੀ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ, ਅਸੀਂ ਤੇ PTI ਨੂੰ ਠੋਕਣਾ, ਅਸੀਂ ਤੇ ਇਲੈਕਸ਼ਨ ਚੋਰੀ ਕਰਨੇ ਨੇ, ਤੇ ਅਸੀਂ ਤੇ ਜਨਾਬੇ ਵਾਲਾ ਜਾ ਕੇ ਉੱਥੇ ਚੋਲਸਤਾਨ ਦੇ ਵਿੱਚ ਅਸੀਂ ਤੇ ਗ੍ਰੀਨ ਇਨੀਸ਼ੀਏਟਿਵ ਦੇ ਇਫਤਤਾਹ ਕਰਨੇ ਨੇ। ਬਲੋਚਿਸਤਾਨ 'ਚ ਕੀ ਹੁੰਦਾ, ਇਹਦੇ ਨਾਲ ਸਾਨੂੰ ਕੋਈ ਲੈਣ ਦੇਣ ਨਹੀਂ, ਸਾਨੂੰ ਨਾ ਕੋਈ ਪੁੱਛੇ ਤੇ ਨਾ ਕੋਈ ਸਾਨੂੰ ਦੱਸੇ। ਇਹ ਜਵਾਬ ਹੈ, ਇਹ ਗੱਲ ਹੈ ਤੇ ਇਹ ਬਾਤ ਹੈ। ਤੇ ਦੂਜੇ ਪਾਸੇ ਬਲੋਚਿਸਤਾਨ ਦੇ ਵਿੱਚ ਆਏ ਦਿਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਬੱਸਾਂ ਦੇ ਵਿੱਚੋਂ ਸ਼ਨਾਖਤੀ ਕਾਰਡ ਵੇਖ ਕੇ ਬੰਦਿਆਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਦੋਂ ਪਿਆਦੇ ਪਿੱਟ ਜਾਣ ਤੇ ਬਾਦਸ਼ਾਹ ਨੂੰ ਖੁਦ ਸਾਹਮਣੇ ਆਉਣਾ ਪੈਂਦਾ, ਇਹ ਅਨਵਰ ਲੋਧੀ ਸਾਹਿਬ ਨੇ ਕਿਹਾ। ਅਨਵਰ ਲੋਧੀ ਸਾਹਿਬ ਨੇ ਅਸਲ ਦੇ ਵਿੱਚ ਉਹ ਜਿਹੜਾ ਆਰਮੀ ਚੀਫ ਖੁਦ ਅਪੀਅਰ ਹੋਏ ਨੇ, ਔਰ ਔਰਤਾਂ ਤੇ ਵੀ ਇੱਕ ਬਿਆਨ ਦਿੱਤਾ ਹੈ, ਤੇ ਹੱਥ ਤੇ ਪੈਰ ਕੱਟਣ ਵਾਲਾ ਤੇ ਗਰਦਨਾਂ ਕੱਟਣ ਵਾਲਾ ਤੇ ਬੈਤ ਕਰ ਲਓ, ਉਹ ਜਿਹੜਾ ਸਾਰਾ ਬਿਆਨ ਉਹਨਾਂ ਦਿੱਤਾ ਉਹਦੇ ਉੱਤੇ ਉਹ ਤਜਜ਼ੀਆ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਸ ਵੇਲੇ ਪਿਆਦੇ ਪਿੱਟ ਜਾਣ, ਮਤਲਬ ਇਹ ਟਾਊਟ ਸ਼ਾਊਟ ਸਾਰੇ ਪਿੱਟ ਹੀ ਗਏ ਨੇ ਨਾ, ਅਗਰ ਇਹ ਨਾ ਪਿੱਟਦੇ ਤੇ ਆਰਮੀ ਚੀਫ ਖੁਦ ਤੇ ਨਾ ਆਉਂਦੇ ਨਾ ਅੱਗੇ। ਉਹਨਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਪਿਆਦੇ ਪਿੱਟ ਜਾਣ ਤੇ ਉਸ ਵੇਲੇ ਜਿਹੜਾ ਫਿਰ ਜਿਹੜਾ ਬਾਦਸ਼ਾਹ ਉਹਨੂੰ ਖੁਦ ਸਾਹਮਣੇ ਆਉਣਾ ਪੈਂਦਾ, ਤੇ ਉਹਦਾ ਮਤਲਬ ਇਹ ਵੀ ਹੁੰਦਾ ਵੀ ਉਹਦੀ ਸ਼ਿਕਸਤ ਜਿਹੜੀ ਉਹ ਪੱਕੀ ਹੋ ਗਈ ਹੈ। ਅੱਛਾ ਜੀ, ਰਿਕਾਰਡ 72,000 ਸ਼ਹਿਰੀ ਜਿਹੜੇ ਨੇ ਉਹ ਮੁਲਕ ਛੱਡ ਗਏ ਨੇ ਪਿਛਲੇ 1 ਸਾਲ ਦੇ ਵਿੱਚ, ਤੇ ਔਰ ਉਹਦੇ ਵਿੱਚੋਂ 57,000 ਗੈਰ ਮੁਲਕੀ ਜਿਹੜੇ ਰਿਹਾਇਸ਼ੀ ਸਨ ਉਹਨਾਂ ਨੇ ਵੀ ਹਿਜਰਤ ਕੀਤੀ ਹੈ, ਤੇ ਪਾਕਿਸਤਾਨ ਦੀ ਮਈਸ਼ਤ ਜਿਹੜੀ ਹੈ ਉਹ 2.1% ਮਜ਼ੀਦ ਸੁਕੜ ਗਈ ਹੈ। ਮਤਲਬ ਆਂਦੇ ਨੇ ਕਿ ਮਈਸ਼ਤ ਬੜੀ ਠੀਕ ਹੈ, ਮਾਮਲਾਤ ਠੀਕ ਜਾ ਰਹੇ ਨੇ। ਇੱਕ ਪਾਸੇ 72,000 ਪਾਕਿਸਤਾਨੀ ਵਿਚਾਰੇ, ਇਹ ਉਹ ਨੇ ਜਿਹੜੇ ਡਾਕੂਮੈਂਟਡ ਨੇ, ਜ਼ੇਨ 'ਚ ਰੱਖਣਾ ਹੈ, ਜਿਹੜੇ ਵੀਜ਼ੇ ਵੂਜ਼ੇ ਲੈ ਕੇ ਨਿਕਲੇ ਨੇ, ਜਿਹੜੇ ਉਹ ਡੰਕੀਆਂ ਲਾ ਕੇ ਨਿਕਲਦੇ ਨੇ ਉਹ ਤਾਂ ਇਹਨਾਂ 'ਚੋਂ ਕਈ ਗੁਣਾ ਜ਼ਿਆਦਾ ਹੋਣੇ ਨੇ, ਉਹ ਤਾਂ 1 ਲੱਖ 2 ਲੱਖ ਬੰਦਾ ਹੋਣਾ ਹੈ। ਉਹ ਵਿਚਾਰੇ ਜਿਹੜੇ ਨਿਕਲੇ ਨੇ ਉਹਨਾਂ ਦੀ ਤਾਂ ਗੱਲ ਕਹਿਣ ਦਾ ਕੋਈ ਹੋਰ ਹੱਲ ਹੀ ਨਹੀਂ। ਅੱਛਾ ਜੀ, ਅੱਗੋਂ ਟਰੰਪ ਦਾ ਕਹਿਣਾ ਇਹ ਹੈ ਕਿ ਯੂਕਰੇਨ ਨੂੰ ਰੂਸ ਦੇ ਨਾਲ ਜੰਗ ਕਦੀ ਸ਼ੁਰੂ ਹੀ ਨਹੀਂ ਸੀ ਕਰਨੀ ਚਾਹੀਦੀ, ਔਰ ਜਾਂ ਦੂਸਰੇ ਲਫ਼ਜ਼ਾਂ 'ਚ ਰੂਸ ਔਰ ਯੂਕਰੇਨ ਦੀ ਜਿਹੜੀ ਜੰਗ ਹੈ ਹੋਣੀ ਨਹੀਂ ਸੀ ਚਾਹੀਦੀ, ਸਦਰ ਟਰੰਪ ਨੇ ਕਿਹਾ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਬਾਈਡਨ ਨੇ ਸ਼ਰਾਰਤ ਕੀਤੀ ਸੀ ਕਿ ਯੂਕਰੇਨ ਨੂੰ ਉੱਥੇ ਜਾ ਕੇ ਤੇ ਆਖਿਆ ਸੀ ਕਿ ਇਹਨੂੰ ਨੇਟੋ ਸ਼ਾਮਿਲ ਕਰਨਾ, ਉਹਨਾਂ ਕਿਹਾ ਫਿਰ ਆਪਣਾ ਰੂਸ ਨੇ ਤਾਂ ਉਹਦੇ 'ਤੇ ਇਨਸਿਕਿਉਰ ਹੋਣਾ ਹੀ ਸੀ। ਰੂਸ ਇਨਸਿਕਿਉਰ ਹੋਇਆ, ਜੰਗ ਸ਼ੁਰੂ ਹੋਈ, ਮਤਲਬ ਉਹਨਾਂ ਨੇ ਅਮਰੀਕਾ ਨੂੰ ਹੀ ਗਲਤ ਕਿਹਾ ਇਹਦੇ ਵਿੱਚ। ਔਰ ਦੂਸਰੀ ਗੱਲ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਇਸ ਵੇਲੇ ਮੁਜ਼ਾਕਰਾਤ ਹੋਏ ਨੇ ਸਾਊਦੀ ਅਰਬ ਦੇ ਵਿੱਚ ਔਰ ਰੂਸ ਔਰ ਅਮਰੀਕਾ ਦੇ ਦਰਮਿਆਨ, ਔਰ ਮੁਜ਼ਾਕਰਾਤ ਦੇ ਵਿੱਚ ਫਿਲਹਾਲ ਤਾਂ ਇਹੀ ਗੱਲਬਾਤ ਹੈ ਕਿ ਜੰਗ ਕਿਵੇਂ ਬੰਦ ਕਰਨੀ ਹੈ,
ਤੇ ਅੱਗੇ ਮਾਮਲਾਤ ਯੂਕਰੇਨ ਦੇ ਕਿਵੇਂ ਤੋਰਨੇ ਨੇ। ਹਜੇ ਇਹਦੇ ਵਿੱਚ ਨਾ ਕਿਸੇ ਯੂਰਪ ਵਾਲੇ ਨੂੰ ਭਾਇਆ ਤੇ ਨਾ ਯੂਕਰੇਨ ਵਾਲਿਆਂ ਨੂੰ, ਹਲੇ ਤੇ ਸਿਰਫ ਅਮਰੀਕਾ ਹੈ ਤੇ ਰੂਸ ਹੈ। ਤੇ ਇਹ ਸਾਰਾ ਓਵਰਆਲ ਹਾਲਾਤ ਦੇਖੋ ਤੇ ਮੈਨੂੰ ਤਾਂ ਇਹੀ ਲੱਗਦਾ ਹੈ ਵੀ ਰੂਸ ਦੀ ਇਹਦੇ ਵਿੱਚ ਵਿਕਟਰੀ ਹੋਈ ਹੈ। ਰੂਸ ਨੇ ਪਹਿਲਾਂ ਤੇ ਆਪਣੇ ਆਪ ਨੂੰ ਇੱਕ ਬਰਾਬਰ ਦੀ ਕੂਵਤ ਮੰਨਵਾ ਲਿਆ ਹੈ, ਕਿਉਂਕਿ ਮੇਜ਼ ਦੇ ਇੱਕ ਪਾਸੇ ਅਮਰੀਕਾ ਬੈਠਾ, ਦੂਜੇ ਪਾਸੇ ਰੂਸ, ਔਰ ਰੂਸ ਦਾ ਵੀ ਉਹੀ ਵਜ਼ੀਰੇ ਖਾਰਜਾ ਬੈਠਾ ਜਿੱਤੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਨੇ, ਤੇ ਇੱਕ ਦੂਜੇ ਵਾਲੇ ਪਾਸੇ ਸਫੀਰ ਵੀ ਕੋਈ ਨਹੀਂ, ਸਫਾਰਤਕਾਰ ਵੀ ਬੰਦ ਨੇ ਅਮਰੀਕਾ ਔਰ ਰੂਸ ਦੇ ਦਰਮਿਆਨ। ਲੇਕਿਨ ਤੁਸੀਂ ਇਹ ਦੇਖੋ ਵੀ ਰੂਸ ਨੇ ਆਪਣੇ ਆਪ ਨੂੰ ਬਰਾਬਰ ਦਾ ਪਲੇਅਰ ਬਣਵਾਇਆ ਹੈ, ਇੱਕ ਆਲਮੀ ਤਾਕਤ ਬਣਵਾਇਆ ਹੈ। ਤੇ ਹੁਣ ਮੈਨੂੰ ਲੱਗਦਾ ਵੀ ਜੰਗ ਵੀ ਜਿਹੜੀ ਉਹ ਜੋ ਰੂਸ ਚਾਹੁੰਦਾ ਉਸ ਹਿਸਾਬ ਨਾਲ ਹੀ ਬੰਦ ਹੋਣੀ ਹੈ, ਅੱਗੇ ਕੰਮ ਵੀ ਉਸੇ ਤਰੀਕੇ ਨਾਲ ਹੀ ਤੁਰਨਾ ਹੈ। ਇਹਦੇ ਤੇ ਜੋ ਕੁਝ ਵੀ ਹੋਇਆ ਅੱਗੇ ਤੁਹਾਡੇ ਸਾਹਮਣੇ ਰੱਖਾਂਗੇ। ਫਿਲਹਾਲ ਉੱਥੇ ਮੁਜ਼ਾਕਰਾਤ ਸ਼ੁਰੂ ਹੋਏ ਨੇ, ਹਜੇ ਉਹ 'ਚੋਂ ਕੋਈ ਡਿਵੈਲਪਮੈਂਟ ਬਾਹਰ ਨਹੀਂ ਆਈ, ਲੇਕਿਨ ਇਹ ਡਿਵੈਲਪਮੈਂਟ ਕਾਫੀ ਹੈ ਕਿ ਰੂਸ ਜਿਹੜਾ ਉਹ ਬਰਾਬਰ ਤੇ ਜਾ ਬੈਠਾ ਹੈ ਔਰ ਅਮਰੀਕਾ ਨੇ ਉਹਦਾ ਇਸਤਹਿਕਾਕ ਮੰਨਿਆ ਹੈ ਔਰ ਹੁਣ ਉਹਨਾਂ ਦੇ ਦਰਮਿਆਨ ਇੱਕ ਗੱਲਬਾਤ ਚੱਲ ਰਹੀ ਹੈ। ਮੈਨੂੰ ਉਸ ਦਿਓ ਇਜਾਜ਼ਤ, ਤੇ ਰੱਬ ਰਾਖਾ।